ਨਾਨਕ ਸਿੰਘ ਦੀ ਕਹਾਣੀ ਲੰਮਾ ਪਿੰਡ। ਲੋਕੀ ਕਹਿੰਦੇ ਨੇ ਕਚਹਿਰੀ ਦੇ ਮੁਲਾਜ਼ਮਾਂ ਦਾ ਜੀਵਨ ਨਿਰਾ ਗੁਲਾਮੀ ਦਾ ਨਮੂਨਾ ਹੁੰਦਾ ਹੈ। ਸਲਾਮ ਲਈ ਹਰ ਵੇਲੇ ਹੱਥ ਮੱਥੇ 'ਤੇ ਹੀ ਰਹਿੰਦਾ ਹੈ। ਇਹ ਖਿਆਲ ਲੋਕਾਂ ਦਾ ਗਲਤ ਨਹੀਂ, ਪਰ ਮੈਂ ਕਹਿੰਦਾ ਜਿਸ ਮੁਲਾਜ਼ਮ ਉੱਤੇ ਅਫਸਰ ਮਿਹਰ ਦੀ ਨਜ਼ਰ ਰੱਖਦਾ ਹੋਵੇ ਉਸ ਨਾਲ ਦਾ ਸੁਖੀ ਸਾਰੇ ਜਹਾਨ 'ਚ ਕੋਈ ਨਹੀਂ। ਜਿਵੇਂ ਜੀ ਕਰੇ ਚੰਮ ਦੇ ਦਮ ਪਿਆ ਚਲਾਵੇ, ਕਿਸੇ ਦੀ ਮਜਾਲ ਨਹੀਂ ਜੋ ਉਸ ਵੱਲ ਕੈਰੀ ਅੱਖ ਤੱਕ ਜਾਵੇ। ਫਿਰ ਮਾਲ ਅਫਸਰ ਵਰਗੇ ਹਾਕਮ ਦੀ ਅੜਦਲੀ, ਜਿਹਦੀ ਮੁੱਠ ਵਿੱਚ ਸੈਂਕੜੇ ਲੋਕਾਂ ਦੀ ਜਾਨ ਤੇ ਹਜ਼ਾਰਾਂ ਲੋਕਾਂ ਦੀ ਕਿਸਮਤ ਹੁੰਦੀ ਹੈ। ਅੱਜ ਸਾਰੇ ਦਿਨ ਦਾ ਥੱਕਾ ਟੁੱਟਾ ਮੈਂ ਆਪਣੀ ਕੋਠੜੀ 'ਚ ਪੁੱਜਾ। ਮੇਰਾ ਸਾਹਿਬ ਹਰ ਦੂਜੇ ਤੀਜੇ ਮਹੀਨੇ ਆਪਣੇ ਪਿਓ ਨੂੰ ਮਿਲਣ ਇਸ ਪਿੰਡ ਆਇਆ ਕਰਦਾ ਸੀ। ਅੱਜ ਵੀ ਉਹ ਸਵੇਰ ਦੀ ਗੱਡੀ ਉਤਰਿਆ ਹੈ। ਮੇਰੀ ਸਾਰੀ ਦਿਹਾੜੀ ਅਸਬਾਬ ਚੁਕਾਣ ਰਖਾਣ 'ਚ ਤੇ ਨੱਠਣ ਭੱਜਣ 'ਚ ਹੀ ਬੀਤੀ ਹੈ। ਪਿੰਡ ਦੇ ਲੋਕੀ ਅੱਜ ਸਾਰਾ ਦਿਨ ਤਰ੍ਹਾਂ ਤਰ੍ਹਾਂ ਦੀਆਂ ਨਜ਼ਰਾਂ ਨਿਆਜ਼ਾਂ ਲੈ ਕੇ ਮਾਲ ਅਫਸਰ ਸਾਹਿਬ ਦੀ ਸਲਾਮੀ ਲਈ ਆਉਂਦੇ ਰਹੇ ਤੇ ਦੋਵਾਂ ਪਿਓ ਪੁੱਤਰਾਂ ਨੂੰ ਨਿਉ ਕੇ ਸਲਾਮਾਂ ਕਰਦੇ ਰਹੇ। ਪਰ ਮੇਰੀ ਤਲੀ 'ਤੇ ਕਿਸੇ ਨੇ ਇੱਕ ਪੈਸਾ ਵੀ ਨਾ ਧਰਿਆ। ਧਰਦੇ ਵੀ ਕਿਉਂ? ਇਹ ਮੁਕੱਦਮੇਦਾਰ ਥੋੜ੍ਹੇ ਹੀ ਹਨ। ਕਚਹਿਰੀ ਲੱਗੀ ਹੋਈ ਹੁੰਦੀ ਤਾਂ ਮੈਂ ਵੀ 10-15 ਰੁਪਇਆਂ ਨੂੰ ਹੱਥ ਫੇਰ ਹੀ ਲੈਂਦਾ। ਹਾਂ, ਖਾਣ ਪਾਣ ਦੀ ਜਿੰਨੇ ਦਿਨ ਇਸ ਪਿੰਡ ਰਹੀਏ ਚੰਗੀ ਬਹਾਰ ਬਣੀ ਰਹਿੰਦੀ ਹੈ। ਅੱਜ ਤੇ ਪਲਾਵਾਂ ਤੇ ਕੁੱਕੜਾਂ ਦੀ ਰੋਲ ਪਈ ਹੋਈ। ਪਿੰਡ ਦੇ ਝਿਉਰਾਂ ਬਾਹਮਣਾਂ ਨੂੰ ਤਾਂ ਸਾਡੀ ਰਸੋਈ ਹੱਥੋਂ ਸਿਰ ਖੁਰਕਣ ਦੀ ਵੇਲ ਨਹੀਂ ਲੱਗੀ। ਲੰਮਾ ਕੋਟ ਤੇ ਚਪੜਾਸ ਲਾਹ ਕੇ ਮੈਂ ਕਿੱਲੀ 'ਤੇ ਟੰਗੀ ਤੇ ਮੰਜੇ ਉੱਤੇ ਦਰੀ ਵਿਛਾ ਕੇ ਲੰਮਾ ਪੈ ਗਿਆ। ਪਿਆ ਮੈਨੂੰ ਅੱਜ ਤੋਂ 2 ਵਰ੍ਹੇ ਪਹਿਲਾਂ ਦੀ ਘਟਨਾ ਚੇਤੇ ਆ ਗਈ। ਨਾਲ ਹੀ ਉਸ ਪੇਂਡੂ ਬੁੱਢੇ ਦੀ ਰਾਮ ਕਹਾਣੀ ਵੀ। ਸੋਚਦਿਆਂ ਪਹਿਲਾਂ ਮੇਰੀਆਂ ਅੱਖਾਂ 'ਚ ਅੱਥਰੂ ਆਏ, ਫਿਰ ਮੁੱਛਾਂ 'ਚ ਹਾਸਾ। ਇੱਕ ਵਾਰੀ ਹੂ ਬਹੂ ਫਿਰ ਉਹੀ ਨਜ਼ਾਰਾ ਮੇਰੇ ਸਾਹਮਣੇ ਫਿਰਨ ਲੱਗਾ। ਇਹ ਉਦੋਂ ਦਾ ਜ਼ਿਕਰ ਹੈ ਜਦੋਂ ਮੇਰੇ ਸਾਹਿਬ ਨੇ ਬੜੀਆਂ ਕੋਸ਼ਿਸ਼ਾਂ ਨਾਲ ਫਿਲੌਰੋਂ ਗੁਰਦਾਸਪੁਰ ਬਦਲੀ ਕਰਾਈ ਸੀ ਤੇ ਸਭ ਤੋਂ ਪਹਿਲਾ ਦੌਰਾ ਅਸੀਂ ਇਸੇ ਪਿੰਡ ਦਾ ਕੀਤਾ ਸੀ। ਰੁੱਤ ਸਿਆਲ ਦੀ ਸੀ। ਸਵੇਰ ਤੋਂ ਹੀ ਬੱਦਲ ਛਾਏ ਸਨ ਤੇ ਨਿੱਕੀ ਫੁਹਾਰ ਪੈ ਰਹੀ ਸੀ। ਪਿੰਡੋਂ ਬਾਹਰ ਚੜ੍ਹਦੇ ਵੱਲ ਸਾਡਾ ਕੈਂਪ ਸੀ। ਉਦੋਂ ਵੀ ਅੱਜ ਵਾਂਗ ਹੀ, ਸਗੋਂ ਅੱਜ ਨਾਲੋਂ ਕਈ ਗੁਣਾ ਵੱਧ ਗਰਮਜੋਸ਼ੀ ਤੇ ਉਤਸ਼ਾਹ ਨਾਲ ਇਸ ਪਿੰਡ ਦੇ ਲੋਕਾਂ ਨੇ ਸਾਹਿਬ ਦੀ ਆਓ ਭਗਤ ਕੀਤੀ ਸੀ। ਸਾਹਿਬ ਨੇ ਉਸ ਦਿਨ ਕਈ ਮੁਕੱਦਮੇ ਸੁਣਨੇ ਸਨ। ਕੈਂਪ ਦੇ ਦੁਆਲੇ ਮੁੱਦਈਆਂ ਮੁਦਿਆਲਿਆਂ ਦੀ ਚੋਖੀ ਭੀੜ ਸੀ। ਮੈਨੂੰ ਵੀ ਉਦੋਂ ਕਈ ਦਿਨਾਂ ਪਿੱਛੋਂ ਸ਼ਰਬਤ ਪਾਣੀ ਵਸੂਲ ਕਰਨ ਦਾ ਮੌਕਾ ਮਿਲਿਆ ਸੀ ਤੇ ਮੇਰੇ ਦਿਲ ਦਾ ਬੋਝ ਮੇਰੇ ਬੋਝਿਆਂ ਨੇ ਆਪਣੇ ਅੰਦਰ ਲੈ ਲਿਆ। ਉਹ ਬੁੱਢਾ ਪੇਂਡੂ ਦਿਨ 'ਚ ਕਈ ਵਾਰ, ਕੋਈ 4-5 ਵਾਰੀ ਆ ਕੇ ਮੇਰੇ ਪੈਰਾਂ 'ਤੇ ਡਿੱਗਿਆ ਤੇ ਸਾਹਿਬ ਨੂੰ ਸਲਾਮ ਕਰਨ ਦੀ ਚਾਹਨਾ ਕੀਤੀ। ਪਰ ਇਹਨਾਂ ਤਿਲਾਂ 'ਚ ਤੇਲ ਕਿੱਥੇ? ਇੱਥੇ ਤਾਂ ਉਹ ਗੱਲ ਸੀ ਜਿਹੜਾ ਦੇਵੇ ਰੋਕ, ਉਹਦੀ ਤਾਣੀ ਦਿਆਂ ਠੋਕ। ਭਲਾ ਦਮਾਂ ਦੇ ਰੁੱਠੇ ਵੀ ਕਦੇ ਗੱਲਾਂ ਨਾਲ ਮੰਨਦੇ ਹੁੰਦੇ ਨੇ। ਉਹ ਚਾਰੇ ਪੰਜੇ ਵਾਰੀ ਮੈਥੋਂ ਧੱਕੇ ਤੇ ਗਾਲਾਂ ਖਾ ਕੇ ਪਿਛਾਂਹ ਮੁੜਿਆ। ਸੰਧਿਆ ਹੋ ਗਈ। ਮਾੜਾ ਮੀਂਹ ਪੈ ਰਿਹਾ ਸੀ। ਮੈਂ ਸਾਹਿਬ ਦੀ ਘੋੜੀ ਨੂੰ ਲੰਬੜਦਾਰ ਦੀ ਹਵੇਲੀ ਛੱਡ ਕੇ ਮੁੜਿਆ ਆ ਰਿਹਾ ਸੀ। ਜਦ ਮੈਂ ਕੈਂਪ ਦੇ ਨੇੜੇ ਪੁੱਜਾ ਤਾਂ ਦੇਖਿਆ ਉਹੀ ਬੁੱਢਾ ਪੇਂਡੂ ਮੀਂਹ ਨਾਲ ਭਿੱਜਿਆ ਹੋਇਆ ਇੱਕ ਰੁੱਖ ਥੱਲੇ ਬੈਠਾ ਕੰਬ ਰਿਹਾ ਸੀ। ਮੀਂਹ ਜ਼ੋਰ ਦਾ ਹੋ ਗਿਆ ਸੀ ਤੇ ਮੈਂ ਵੀ ਉਸ ਰੁੱਖ ਥੱਲੇ ਝਟਕੂ ਖੜਾ ਹੋ ਗਿਆ ਤੇ ਮੇਰੇ ਵੱਲ ਬੁੱਢੇ ਦੀ ਪਿੱਠ ਸੀ। ਮੇਰੇ ਵੇਖਦਿਆਂ ਉਹਨੇ ਆਪਣੀ ਮੈਲੀ ਤੇ ਪਾਟੀ ਚਾਦਰ ਦੀ ਕੰਨੀ ਖੋਲ੍ਹ ਕੇ ਉਸ 'ਚੋਂ ਇੱਕ ਘਸਮੈਲੇ ਰੰਗ ਦੀ ਪੋਟਲੀ ਕੱਢੀ। ਮੈਂ ਵੀ ਤਾੜ ਗਿਆ ਵੀ ਮਚਲੇ ਪੇਂਡੂ ਦੀ ਜਦ ਚਾਰੇ ਬੰਨੇ ਦਾਲ ਨਹੀਂ ਗਲੀ ਤਾਂ ਹੋਣ ਲੱਗਾ ਗੰਢ ਖੀਸਾ ਫੋਲਣ। ਕਿੱਡੇ ਘੇਖਣ ਕਰਦਾ ਸੀ ਜੋ ਮੇਰੇ ਕੋਲ ਤਾਂ ਕੱਚੀ ਕੌਡੀ ਵੀ ਨਹੀਂ। ਤੇ ਮੈਂ ਵੀ ਦਿਲ 'ਚ ਸੋਚਿਆ ਕੱਲ੍ਹ ਮਨੀ ਆਰਡਰ ਕਰਾਉਣਾ ਹੈ, ਚਲੋ ਹੋਰ ਨਹੀਂ ਡਾਕਖਾਨੇ ਦੀ ਫੀਸ ਹੀ ਸਹੀ। ਤੇ ਇੱਕ ਹੋਰ ਠਨ ਕਰਦੇ ਰੁਪਏ ਦੀ ਉਡੀਕ 'ਚ ਮੈਂ ਛਹਿ ਕੇ ਖਲੋ ਗਿਆ। ਉਹਨੇ ਪੋਟਲੀ ਉਤਲੀ ਟਾਕੀ ਖੋਲ੍ਹੀ, ਇੱਕ ਦੇ ਹੇਠੋਂ ਦੂਜੀ ਹੇਠੋਂ ਤੀਜੀ, ਇਸੇ ਤਰ੍ਹਾਂ ਦਬਾ ਦਬ ਖੋਲ੍ਹੀ ਗਿਆ। ਪਰ ਮੇਰੇ ਠਰ ਰਹੇ ਸੀਨੇ ਨੂੰ ਨਿੱਘ ਦੇਣ ਵਾਲੀ ਚੀਜ਼ ਅਜੇ ਵੀ ਸਾਹਮਣੇ ਨਾ ਆਈ। ਮੈਂ ਸੋਚ ਰਿਹਾ ਸਾਂ ਕਿੱਡਾ ਸੂਮ ਹੈ, ਸੱਤਾ ਪੜਦਿਆਂ 'ਚ ਲੁਕਾ ਕੇ ਪੈਸੇ ਰੱਖਦਾ ਹੈ। ਜੁੜਦੀ ਵੀ ਤੇ ਇਸੇ ਤਰ੍ਹਾਂ ਹੈ ਨਾ। ਸਾਡੇ ਵਰਗੇ ਲਫੰਗਿਆਂ ਪਾਸ ਬੁੱਕਾਂ ਦੇ ਬੁੱਕ ਆਉਂਦੇ ਨੇ, ਪਰ ਪੂਰੇ ਦੀ ਹਵਾ ਵਾਂਗੂ ਇੱਧਰੋਂ ਆਏ ਉੱਧਰ ਗਏ। ਅਨੁਮਾਨ ਨਾਲ ਮੈਨੂੰ ਜਾਪਿਆ ਕਿ ਪੋਟਲੀ ਵਿਚਲੀ ਚੀਜ਼ ਰੁਪਏ ਨਾਲੋਂ ਕਿਤੇ ਛੋਟੀ ਹੈ। ਸ਼ੈਤਾਨ ਬੁੱਢੇ 'ਤੇ ਮੈਨੂੰ ਗੁੱਸਾ ਆਉਣ ਲੱਗਾ ਕਿ ਇਹ ਦੁਆਨੀ ਜਾਂ ਚੁਆਨੀ ਨਾਲ ਕੰਮ ਸਾਰਨਾ ਚਾਹੁੰਦਾ ਹੈ। ਮੈਂ ਫਿਰ ਗੌਰ ਨਾਲ ਤੱਕਿਆ। ਉਹਨੇ ਗੰਢ ਵਿਚਲੀ ਚੀਜ਼ ਕੱਢੀ। ਵੇਖਦਿਆਂ ਹੀ ਹੌਲੀ ਜਿਹੀ ਮੇਰੇ ਮੂੰਹ ਨਿਕਲਿਆ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ। ਇਹ ਕਿਸੇ ਛੋਟੇ ਜਿਹੇ ਬਾਲ ਦਾ ਦੰਦ ਸੀ। ਦੰਦ ਨੂੰ ਤਲੀ 'ਤੇ ਧਰ ਕੇ ਬੁੱਢਾ ਕਿੰਨਾ ਹੀ ਚਿਰ ਉਸ ਵੱਲ ਨੀਝ ਲਾ ਕੇ ਵੇਖਦਾ ਰਿਹਾ।
ਫਿਰ ਮੁੱਠ ਵਿੱਚ ਘੁੱਟ ਕੇ ਛਾਤੀ ਨਾਲ ਲਾਈ ਤੇ ਉੱਭੇ ਸਾਹ ਲੈਂਦਾ ਲੈਂਦਾ ਡੁਸਕਣ ਲੱਗ ਪਿਆ। ਉਹਦਾ ਹਾਲ ਮੈਥੋਂ ਵੇਖਿਆ ਨਾ ਗਿਆ। ਆਪਣੇ ਸੰਭਾਲੇ ਵਿੱਚ ਮੈਂ ਬਥੇਰੇ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਲੋਕਾਂ ਦੇ ਮੁਕੱਦਮੇ ਹਾਰ ਜਾਂਦੇ ਸਨ ਜਾਂ ਜਿਨ੍ਹਾਂ ਦਾ ਕੋਈ ਬੰਦਾ ਕੈਦ ਹੋ ਜਾਂਦਾ ਸੀ, ਰੋਂਦਿਆਂ ਵਿਲਕਦਿਆਂ ਡਿੱਠਾ ਸੀ, ਪਰ ਮੇਰਾ ਦਿਲ ਕਦੇ ਨਹੀਂ ਸੀ ਪਸੀਜਿਆ। ਠਠਿਆਰਾਂ ਦੀ ਬਿੱਲੀ ਵਾਂਗ ਮੇਰੇ ਕੰਨ ਅਜਿਹੇ ਕੀਰਨੇ ਸੁਣਨ ਦੇ ਆਦੀ ਹੋ ਚੁੱਕੇ ਸਨ। ਪਰ ਉਸ ਬੁੱਢੇ ਨੇ ਮੈਨੂੰ ਤੜਫਾ ਦਿੱਤਾ। ਮੈਂ ਉਹਦੇ ਪਾਸ ਆ ਕੇ ਬੈਠ ਗਿਆ। ਜਿਉਂ-ਜਿਉਂ ਮੈਂ ਉਹਨੂੰ ਢਾਰਸ ਬਣਾਉਣ ਦੀ ਕੋਸ਼ਿਸ਼ ਕਰਦਾ ਸਾਂ, ਸਗੋਂ ਵਧੇਰੇ ਰੋਂਦਾ ਸੀ। ਉਹ ਡਾਢਾ ਔਖਾ ਹੋ ਕੇ ਰੋ ਰਿਹਾ ਸੀ। ਮਾਲੂਮ ਹੁੰਦਾ ਸੀ ਉਹਦੇ ਅੰਦਰੋਂ ਜਿੰਨਾ ਕੁ ਰੋਣ ਆਉਂਦਾ ਹੈ, ਉਹਨੂੰ ਬਾਹਰ ਨਹੀਂ ਕੱਢ ਸਕਦਾ। ਉਹ ਰੋ ਰਿਹਾ ਸੀ, ਪਰ ਉਹਦੀਆਂ ਅੱਖਾਂ 'ਚ ਇੱਕ ਅੱਥਰੂ ਵੀ ਨਹੀਂ ਸੀ। ਸ਼ਾਇਦ ਸਰਦੀ ਕਰਕੇ ਜਾਂ ਬੁਢੇਪੇ ਦੇ ਸਲਾਬੇ ਕਰਕੇ ਉਹਦੇ ਅੱਥਰੂ ਜੰਮ ਗਏ ਸਨ ਤੇ ਹੁਣ ਉਹ ਮੇਰੀ ਜੱਫੀ 'ਚ ਸੀ ਤੇ ਮੈਂ ਉਹਦਾ ਦੁੱਖ ਦੂਰ ਕਰਨ ਦੀ ਫਿਕਰ ਵਿੱਚ। ਥੋੜ੍ਹੇ ਚਿਰ ਪਿੱਛੋਂ ਸੰਭਲਿਆ ਤੇ ਦੰਦ ਨੂੰ ਉਸੇ ਤਰ੍ਹਾਂ ਲੀਰ ਦੀਆਂ ਤਹਿਆਂ 'ਚ ਵਲੇਟਣ ਲੱਗਾ। ਮੀਂਹ ਨਾਲ ਅਸੀਂ ਦੋਵੇਂ ਭਿੱਜ ਰਹੇ ਸਾਂ। ਮੈਂ ਉਹਨੂੰ ਉਠਾ ਕੇ ਆਪਣੀ ਛੌਲਦਾਰੀ 'ਚ ਲੈ ਗਿਆ। ਸਟੋਵ ਭਖਾ ਕੇ ਮੈਂ ਚਾਹ ਬਣਾਈ ਤੇ ਅਸੀਂ ਦੋਹਾਂ ਨੇ ਪੀਤੀ। ਉਹ ਦੰਦ ਦੀ ਕਥਾ ਸੁਣਾਉਣ ਲਈ ਮੈਂ ਉਹਦੀਆਂ ਬਥੇਰੀਆਂ ਮਿੰਨਤਾਂ ਕੀਤੀਆਂ, ਪਰ ਉਹ ਦੱਸਣ ਨੂੰ ਰਾਜ਼ੀ ਨਾ ਹੋਇਆ। ਅਚਾਨਕ ਹੀ ਉਹਨੇ ਸੰਦੂਕ 'ਤੇ ਪਈ ਹੋਈ ਮੇਰੀ ਚਪੜਾਸ ਵੇਖੀ ਤੇ ਮੇਰੇ ਮੂੰਹ ਵੱਲ ਤੱਕ ਕੇ ਆਖਣ ਲੱਗਾ, ਕਿਉਂ ਭਾਊ, ਤੂੰ ਹੀ ਸਾਹਬ ਦਰਦ ਲਈ? ਸ਼ਰਮਿੰਦਿਆਂ ਹੋ ਕੇ ਮੈਂ ਕਿਹਾ, ਆਹੋ ਬਾਬਾ, ਮਈਆਂ ਤੈਨੂੰ ਧੱਕੇ ਮਾਰੇ ਸਨ। ਤੇ ਉਹਦਾ ਚਿਹਰਾ ਖਿੜ ਪਿਆ ਤੇ ਪਾਗਲਾਂ ਵਾਂਗ ਆਪਣੀਆਂ ਨਿੱਕੀਆਂ ਨਿੱਕੀਆਂ ਅੱਖਾਂ ਮੇਰੇ ਚਿਹਰੇ 'ਤੇ ਗੱਡ ਕੇ ਆਖਣ ਲੱਗਾ, ਮੈਨੂੰ ਸਾਹਬ ਨੂੰ ਨਹੀਂ ਮਿਲਾਏਂਗਾ? ਮੈਂ ਹੱਸ ਕੇ ਆਖਿਆ, ਮਿਲਾ ਦਿਆਂਗਾ। ਉਹ ਡਰਦਾ ਡਰਦਾ ਬੋਲਿਆ, ਪਰ ਰੁਪਈਆ ਤੇ ਮੇਰੇ ਕੋਲ। ਹੱਥ ਦੇ ਇਸ਼ਾਰੇ ਨਾਲ ਮੈਂ ਉਹਨੂੰ ਤਸੱਲੀ ਦਿੰਦਿਆਂ ਹੋਇਆਂ ਕਿਹਾ, ਰੁਪਈਆ ਤੇਰੇ ਕੋਲੋਂ ਨਹੀਂ ਮੰਗਦਾ, ਪਰ ਇਸ ਦੰਦ ਦੀ ਕਹਾਣੀ ਤੈਨੂੰ ਜ਼ਰੂਰ ਸੁਣਾਉਣੀ ਪਏਗੀ। ਨਾਲੇ ਦੱਸ ਜੋ ਸਾਹਬ ਨਾਲ ਤੇਰਾ ਕੀ ਕੰਮ ਹੈ? ਹੱਥ ਵਾਲੀ ਪੋਟਲੀ ਨੂੰ ਮੁੜ ਚਾਦਰ ਦੀ ਕੰਨੀ 'ਚ ਬੰਨ੍ਹਦਾ ਹੋਇਆ ਉਹ ਬੋਲਿਆ, ਕੰਮ ਭਾਈ, ਤੈਨੂੰ ਕੀ ਦੱਸਾਂ। ਇਸ ਪਿੰਡ ਦੇ ਬੰਦਿਆਂ ਨੇ ਮੇਰਾ ਭੋਏ ਝੁੱਗਾ ਸਭ ਸਾਂਭ ਲਿਆ, ਸਗੋਂ ਮੈਨੂੰ ਪਿੰਡ 'ਚ ਪੈਰ ਵੀ ਨਹੀਂ ਧਰਨ ਦਿੰਦੇ। ਤੇ ਮੈਨੂੰ ਉਹਦੇ ਹਾਲ 'ਤੇ ਤਰਸ ਆਇਆ ਤੇ ਉਹਦੇ ਮੋਢਿਆਂ ਨੂੰ ਥਾਪੜਦਿਆਂ ਹੋਇਆ ਮੈਂ ਕਿਹਾ, ਅੱਛਾ ਬਾਪੂ, ਤੂੰ ਕੋਈ ਫਿਕਰ ਨਾ ਕਰ, ਮੈਂ ਵੱਡੇ ਵੇਲੇ ਤੈਨੂੰ ਸਾਹ ਪਾਸ ਲੈ ਜਾਵਾਂਗਾ ਤੇ ਜੇ ਦਾ ਲੱਗਾ ਤੇ ਤੇਰੀ ਸਿਫਾਰਿਸ਼ ਵੀ ਕਰ ਦਿਆਂਗਾ, ਤੇਰੇ ਬੱਚੇ ਜਿਉਣ। ਕਹਿ ਕੇ ਬੁੱਢਾ ਆਪਣੀ ਰਾਮ ਕਹਾਣੀ ਇਸ ਤਰ੍ਹਾਂ ਸੁਣਾਉਣ ਲੱਗਾ, ਇਸ ਪਿੰਡ 'ਚ ਮੈਂ ਜੰਮਿਆ ਪਲਿਆ, ਇੱਥੇ ਜਵਾਨੀ ਦੇ ਦਿਨ ਵੇਖੇ। ਮਾਪਿਆਂ ਦਾ ਮੂੰਹ ਮੈਂ ਕਦੇ ਡਿੱਠਾ ਹੈ ਕਿ ਨਹੀਂ ਇਹਦਾ ਮੈਨੂੰ ਕੋਈ ਚੇਤਾ ਨਹੀਂ, ਬਸ ਦਮ ਦਾ ਦਮ, ਧੋਖਾ ਨਾ ਗਮ ਵਾਲੀ ਗੱਲ। ਆਪਣੀ ਨੀਂਦੇ ਸੌਣਾ, ਆਪਣੀ ਨੀਂਦੇ ਆਪਣੀ ਖੁਸ਼ੀ ਜਾਗਣਾ। ਸੁਭਾਅ ਦਾ ਮੈਂ ਮੁੱਢ ਤੋਂ ਹੀ ਕਾਲਾ ਤੇ ਭੇੜੂ ਸਾਂ। ਭੋਏ ਮੇਰੀ ਬਥੇਰੀ ਸੀ, ਪਰ ਵਾਉਣ ਗਾਣ ਦੀ ਮੈਨੂੰ ਕਦੇ ਲੋੜ ਨਹੀਂ ਸੀ ਪਾਸੀ। ਬੁੱਢੇ ਦੀ ਗੱਲ ਸੁਣ ਕੇ ਫਿਰ ਬੋਲਿਆ, ਤੇ ਬਾਬਾ, ਗੁਜ਼ਾਰਾ ਤੇਰਾ ਕਿਵੇਂ ਚੱਲਦਾ ਈ? ਆਖਣ ਲੱਗਾ, ਗੁਜ਼ਾਰਾ ਮੇਰਾ ਉਹਨਾਂ ਲੋਕਾਂ ਦੇ ਸਿਰੋਂ ਚੱਲਦਾ ਹੈ ਜਿਨ੍ਹਾਂ ਦੇ ਮੈਂ ਵੇਲੇ ਕੁ ਕੰਮ ਆਇਆ ਕਰਦਾ ਹਾਂ। ਮੈਂ ਪੁੱਛਿਆ, ਕੀ ਕੰਮ? ਉਹ ਠੰਡਾ ਸਾਹ ਭਰ ਕੇ ਆਖਣ ਲੱਗਾ, ਕੰਮ ਦੀ ਭਲੀ ਪੁੱਛਿਓ। ਜਵਾਨੀ ਮਸਤਾਨੀ ਦਾ ਰੰਗ ਸੀ। ਜੋ ਕੰਮ ਕਿਸੇ ਪਾਸੋਂ ਨਾ ਹੋ ਸਕੇ ਉਸ ਲਈ ਚੇਤਸੋਂ ਨੂੰ ਹੀ ਬਲਦੀ ਦੇ ਬੁੱਥੇ ਅੱਗੇ ਡਾਹਿਆ ਜਾਂਦਾ। ਮੈਂ ਪੁੱਛਿਆ, ਹਲਾ ਬਾਬਾ ਚੇਤਸਿਆਂ ਫੇਰ? ਬੁੱਢਾ ਬੋਲਿਆ, ਰੱਬ ਤੇਰਾ ਭਲਾ ਕਰੇ, ਇੱਕ ਦਿਨ ਪਿੰਡ ਦੇ 5-7 ਗਬਰੀਟਾਂ ਨੇ ਇਕੱਠਿਆਂ ਹੋ ਕੇ ਮੇਰੇ ਜਿਵੇਂ ਇੱਕ ਕੰਮ ਲਾਇਆ। ਕਹਿੰਦਾ ਬੁੱਢਾ ਚੁੱਪ ਹੋ ਗਿਆ। ਮੈਂ ਪੁੱਛਿਆ, ਹਾਂ ਕਰ ਗੱਲ, ਕੀ ਕੰਮ ਲਾਇਆ ਉਹਨਾਂ ਤੇਰੇ ਜਿੰਮੇ? ਸਾਹ ਨੂੰ ਅੰਦਰ ਖਿੱਚ ਕੇ ਫਿਰ ਛੱਡ ਕੇ ਬੁੱਢਾ ਬੋਲਿਆ, ਇੱਕ ਮੁੰਡੇ ਨੂੰ ਮਾਰਨ ਦਾ। ਮੈਂ ਹੈਰਾਨ ਹੋ ਕੇ ਪੁੱਛਿਆ, ਕੁੱਟਣ ਦਾ? ਨਹੀਂ, ਜਾਨੋਂ ਮਾਰਨ ਦਾ। ਸਾਡੇ ਪਿੰਡ ਦੀ ਇੱਕ ਬੁੱਢੀ ਤੀਵੀਂ ਸੀ, ਉਹ ਉਸ ਜਾਤ ਵਿੱਚੋਂ ਸੀ ਜਿਸ ਨਾਲ ਛੋਹਣਾ ਪਿੱਟਣਾ ਸਾਡੇ ਵਿੱਚ ਪਾਪ ਸਮਝਿਆ ਜਾਂਦਾ ਹੈ। ਉਹਦਾ ਇੱਕੋ ਇੱਕ 4-5 ਵਰ੍ਹਿਆਂ ਦਾ ਮੁੰਡਾ ਉਸ ਦੇ ਘਰ ਵਾਲੇ ਦੀ ਨਿਸ਼ਾਨੀ ਬਾਕੀ ਸੀ। ਬੁੱਢੀ ਕੁਝ ਚਿਰ ਲਈ ਆਪਣੇ ਭਾਂਜੇ ਦੇ ਪਿੰਡ ਵੱਲ ਜਾ ਰਹੀ ਸੀ ਤੇ ਉੱਥੇ ਅਕਾਲੀਆਂ ਦਾ ਪ੍ਰਚਾਰ ਬਹੁਤ ਸੀ। ਉਹਨਾਂ ਨੇ ਵੀ ਆਪਣੀ ਜਾਤ ਦੇ ਕਈਆਂ ਹੋਰ ਤੀਵੀਆਂ ਬੰਦਿਆਂ ਨਾਲ ਰਲ ਕੇ ਅੰਮ੍ਰਿਤ ਛਕ ਲਿਆ। ਮੁੜ ਕੁਝ ਦਿਨਾਂ ਮਗਰੋਂ ਇੱਥੇ ਆ ਗਈ। ਪਹਿਲਾਂ ਤਾਂ ਕਿਸੇ ਸੁਣਿਆ ਕਿਸੇ ਨਾ ਸੁਣਿਆ, ਪਰ ਜਦ ਇੱਕ ਦਿਨ ਪ੍ਰਭਾਤ ਵੇਲੇ ਪਿੰਡ ਦੇ ਗੁਰਦੁਆਰੇ 'ਚ ਬੋਕਰ ਦਿੰਦਿਆਂ ਉਹਨੂੰ ਕਿਸੇ ਡਿੱਠਾ ਤਾਂ ਹਾਹਾਕਾਰ ਮਚ ਗਈ। ਇਸ ਕੰਮ ਦਾ ਮੋਢੀ ਮਈਓ ਸਾਂ। ਅਸੀਂ ਮਰਨ ਮਾਰਨ ਨੂੰ ਤਿਆਰ ਹੋ ਪਏ, ਪਰ ਜਦੋਂ ਸਾਨੂੰ ਪਤਾ ਲੱਗਾ ਕਿ ਅਕਾਲੀਆਂ ਦਾ ਇੱਕ ਤਕੜਾ ਟੋਲਾ ਇਸ ਦੀ ਮਦਦ 'ਤੇ ਹੈ ਤਾਂ ਅਸੀਂ ਆਪਣੇ ਗੁੱਸੇ ਨੂੰ ਲਹੂ ਦਾ ਘੁੱਟ ਭਰ ਕੇ ਅੰਦਰੋਂ ਅੰਦਰ ਪੀ ਗਏ। ਬੁੱਢੇ ਨਿਰਝੱਕ ਹੋ ਕੇ ਰੋਜ਼ ਪ੍ਰਭਾਤ ਵੇਲੇ ਗੁਰਦੁਆਰੇ ਜਾ ਵੜਦੇ ਤੇ ਬੋਕਰ ਬੁਹਾਰੇ ਫੇਰਦੇ ਤੇ ਸਾਡੇ ਸੀਨਿਆਂ 'ਚ ਇਸ ਗੱਲ ਨੇ ਲਾਂਬੂ ਬਾਲ ਦਿੱਤੇ, ਪਰ ਕੋਈ ਪੇਸ਼ ਨਹੀਂ ਸੀ ਜਾਂਦੀ। ਅਖੀਰ ਇੱਕ ਦਿਨ ਮੇਰੇ ਨਾਲਦਿਆਂ ਨੇ ਚੱਲ ਕੇ ਸਲਾਹ ਕੀਤੀ ਕਿ ਜਦ ਤੱਕ ਇਸ ਬੁੱਢੀ ਦਾ
ਤੋਂ ਬਦਲਾ ਨਹੀਂ ਲੈਂਦੇ, ਸਾਡੇ ਕਾਲਜੇ ਠੰਡੇ ਨਹੀਂ ਹੋਣਗੇ। ਅਤੇ ਇਹੋ ਹੀ ਅਸੀਂ ਸਾਰਿਆਂ ਦੀ ਕਲਾ ਦਾ ਮੁੱਲ ਹੈ ਜਿਹਨੇ ਸਾਡਾ ਧਰਮ ਨਸ਼ਟ ਕਰ ਦਿੱਤਾ। ਅਤੇ ਉਹਨਾਂ 20 ਰੁਪਈਏ ਇਕੱਠੇ ਕਰਕੇ ਮੇਰੇ ਹੱਥ ਫੜਾਏ ਅਤੇ ਉਸ ਰੰਡੀ ਬੁੱਢੀ ਨੂੰ ਔਤਰੀ ਕਰਨ ਦਾ ਭਾਰ ਮੇਰੇ ਮੋਢਿਆਂ 'ਤੇ ਚੁਕਾ ਦਿੱਤਾ। 1 ਰੁਪਇਆ ਦਾ ਲੋਭ, ਦੂਜਾ ਬੁੱਢੀ ਤੋਂ ਬਦਲਾ ਲੈਣ ਦੀ ਖੁਸ਼ੀ 'ਚ ਜਮਦੂਤ ਬਣ ਕੇ ਅੱਧੀ ਰਾਤੀ ਘਰੋਂ ਨਿਕਲ ਪਿਆ। ਬੁੱਢੇ ਦੀ ਇਹ ਡਰਾਉਣੀ ਕਥਾ ਸੁਣ ਕੇ ਮੈਂ ਕੰਬ ਗਿਆ ਅਤੇ ਸਹਿਮੀ ਹੋਈ ਆਵਾਜ਼ ਨਾਲ ਉਸ ਵੱਲ ਤੱਕ ਕੇ ਕਿਹਾ, ਫਿਰ ਬਾਬਾ ਜੀਤ ਸਿਆਂ ਤੂੰ ਉਹਨੂੰ ਜਾ ਕੇ ਮਾਰ ਦਿੱਤਾ? ਇੱਕ ਹੌਕਾ ਖੰਘ ਕੇ ਅਤੇ ਛੋਲਦਾਰਿਓਂ ਬਾਹਰ ਥੁੱਕ ਕੇ ਬੁੱਢਾ ਬੋਲਿਆ, ਮੈਂ ਉਹਨੂੰ ਮਾਰ ਦਿੱਤਾ ਅਤੇ ਉਹਨੇ ਮੈਨੂੰ ਮਾਰ ਦਿੱਤਾ। ਰੁਪਈਏ ਜੋ ਲਏ ਸਨ ਕੀ ਕਰਦਾ? ਰਜਵੀਂ ਸ਼ਰਾਬ ਪੀ ਕੇ ਮੈਂ ਅੱਧੀ ਰਾਤੀ ਉੱਠ ਕੇ ਉਹਦੀ ਬੁੱਢੀ ਛੰਨ ਵੱਲ ਤੁਰ ਪਿਆ। ਰੁੱਤ ਗਰਮੀ ਦੀ ਅਤੇ ਰਾਤ ਚਾਨਣੀ ਸੀ, ਪਰ ਮੀਆਂ ਅਤੇ ਬੱਦਲਾਂ ਨੇ ਮੇਰੀ ਚੰਗੀ ਮਦਦ ਕੀਤੀ। ਝੁੱਗੀ ਉਹਦੇ ਪਿੰਡੋਂ ਪਸਿੱਤੀ ਸੀ। ਮੈਂ ਜਾ ਕੇ ਉਹਦੇ ਪਿਛਵਾੜੇ ਖੜੋ ਗਿਆ ਅਤੇ ਝੀਥਾਂ 'ਚੋਂ ਅੰਦਰ ਦਾ ਹਾਲ ਚਾਲ ਵੇਖਣ ਲੱਗਾ, ਪਰ ਅੰਦਰ ਹਨੇਰਾ ਸੀ। ਕੁੱਕੜ ਬਾਂਗ ਵੇਲੇ ਬੁੱਢੀ ਜਾਗੀ, ਹੌਲੀ ਹੌਲੀ ਕੁਝ ਪੜ੍ਹਦੀ ਹੋਈ ਨੇ ਮਿੱਟੀ ਦੇ ਤੇਲ ਦਾ ਦੀਵਾ ਜਗਾਇਆ। ਜਾਣ ਤੋਂ ਪਹਿਲਾਂ 2-3 ਵਾਰੀ ਉਹਨੇ ਮੁੰਡੇ ਦਾ ਮੂੰਹ ਚੁੰਮਿਆ, ਫਿਰ ਪਲੋਸਿਆ ਅਤੇ ਸੁੱਤੇ ਹੋਏ ਨਾਲ ਗੱਲਾਂ ਕਰਦੀ ਬਾਹਰ ਨਿਕਲ ਗਈ। ਜਦ ਮੈਂ ਵੇਖਿਆ ਵੀ ਉਹ ਦੂਰ ਚਲੀ ਗਈ ਹੈ ਤਾਂ ਦੱਬੇ ਪੈਰੀਂ ਛੰਨ ਦੇ ਬੂਹੇ ਕੋਲ ਆਇਆ। ਹੋੜਾ ਡੰਡਾ ਪਿਛਾਂ ਹਟ ਕੇ ਬੂਹਾ ਖੋਲ੍ਹਿਆ ਹੋਇਆ ਸੀ। ਮੈਂ ਉਸ ਤੋਂ ਪਹਿਲਾਂ ਭਾਵੇਂ ਬਥੇਰੇ ਕੰਮ ਕੀਤੇ ਸਨ, ਪਰ ਇਹੋ ਜਿਹਾ ਨੀਚ ਕੰਮ ਕਦੇ ਨਹੀਂ ਸੀ ਕੀਤਾ। ਖੌਰੇ ਇਸੇ ਕਰਕੇ ਮੇਰੀਆਂ ਲੱਤਾਂ ਕੰਬ ਰਹੀਆਂ। ਤੱਪੜ ਸਣੇ ਬਾਲ ਨੂੰ ਵਲੇਟ ਕੇ ਚੁੱਕਣ ਦੇ ਬਾਹਰ ਆਉਣ 'ਚ ਮੈਨੂੰ ਬਹੁਤੀ ਦੇਰੀ ਨਾ ਲੱਗੀ। ਬੱਦਲਾਂ ਕਰਕੇ ਹਰ ਪਾਸੇ ਹਨੇਰਾ ਘੁੱਪ ਸੀ। ਮੈਂ ਇੱਕ ਵਾਰੀ ਗੌਰ ਨਾਲ ਸੱਜੇ ਖੱਬੇ ਝਾਕਿਆ, ਫਿਰ ਇੱਕ ਪਾਸੇ ਤੁਰ ਗਿਆ। ਇਸ ਪਿੰਡੋਂ ਲਹਿੰਦੇ ਵੱਲ ਇੱਕ ਸੰਘਣੀ ਰੱਖ ਸੀ। ਉਹਨਾਂ ਦੇ ਉੱਥੇ ਹਲ ਵਿੱਚ ਆ ਗਏ ਨੇ। ਉੱਥੇ ਪਹੁੰਚ ਕੇ ਮੈਂ ਮਲਿਆਂ ਦੇ ਵਿਚਾਲੇ ਜਾ ਕੇ ਖੜੋ ਗਿਆ। ਮੈਂ ਮੁੰਡੇ ਉਤਲਾ ਤੱਪੜ ਛੇਤੀ ਨਾਲ ਲਾ ਕੇ ਭੁੰਜੇ ਸੁੱਟ ਦਿੱਤਾ ਅਤੇ ਬੈਠ ਕੇ ਉਹਨੂੰ ਗੋਡਿਆਂ ਦੇ ਭਾਲਿਆ। ਉਹ ਜਾਗਣ ਦਾ ਯਤਨ ਕਰ ਰਿਹਾ ਸੀ। ਇਸ ਵੇਲੇ ਬੱਦਲਾਂ 'ਚੋਂ ਝਾਤੀ ਮਾਰ ਕੇ ਚੰਨ ਆਇਆ। ਮੇਰੇ ਇਸ ਕੰਮ ਨੂੰ ਵੇਖ ਰਿਹਾ ਸੀ ਰੱਬ। ਮੁੰਡੇ ਨੇ ਆਪਣੀਆਂ ਮੋਟੀਆਂ-ਮੋਟੀਆਂ ਅੱਧ ਖੁੱਲ੍ਹੀਆਂ ਅੱਖਾਂ ਨਾਲ ਆਪਣੇ ਵੱਲ ਇੱਕ ਓਪਰੇ ਮਨੁੱਖ ਨੂੰ ਘੂਰਦਿਆਂ ਵੇਖਿਆ ਅਤੇ ਅੱਬੜ ਵਾਇਆ ਚੀਕ ਉੱਠਿਆ, ਧੰਨਵਾਦ। ਚੱਲਦਾ।